ਪਿਆਰੇ ਵਿਦਿਆਰਥੀਓ, ਮੈਂ ਅੱਜ ਤੁਹਾਡੇ ਨਾਲ ਜਿਸ ਨਾਵਲ ਬਾਰੇ ਗੱਲ ਕਰਨ ਲੱਗਾ ਉਸ ਨਾਵਲ ਦਾ ਨਾਂ ਹੈ ਇਹੋ ਹਮਾਰਾ ਜੀਵਣਾ। ਇਹੋ ਹਮਾਰਾ ਜੀਵਣਾ ਜਿਹੜਾ ਨਾਵਲ ਹੈ ਉਹ ਪ੍ਰਸਿੱਧ ਨਾਵਲਕਾਰਾ ਦਲੀਪ ਕੌਰ ਟਿਵਾਣਾ ਦਾ ਲਿਖਿਆ ਹੋਇਆ ਨਾਵਲ ਹੈ। ਔਰ ਇਸ ਨਾਵਲ ਦੇ ਵਿੱਚ ਦਲੀਪ ਕੌਰ ਟਿਵਾਣਾ ਨੇ ਔਰਤ ਦੀ ਜਿਹੜੀ ਸਥਿਤੀ ਹੈ ਉਸ ਨੂੰ ਬੜੇ ਖੂਬਸੂਰਤ ਢੰਗ ਨਾਲ ਪੇਸ਼ ਕੀਤਾ ਹੈ। ਨਾਵਲ ਤੁਹਾਨੂੰ ਮੈਂ ਦਿਖਾ ਰਿਹਾ, ਇਹ ਨਾਵਲ ਹੈ ਇਹੋ ਹਮਾਰਾ ਜੀਵਣਾ, ਤੇ ਇਹ ਇਹਦੀ ਨਾਵਲਕਾਰਾ ਡਾਕਟਰ ਦਲੀਪ ਕੌਰ ਟਿਵਾਣਾ। ਡਾਕਟਰ ਦਲੀਪ ਕੌਰ ਟਿਵਾਣਾ ਪਟਿਆਲੇ ਦੇ ਆਸ-ਪਾਸ, ਪਟਿਆਲਾ ਰਿਆਸਤ ਦੇ ਰਜਵਾੜਾ ਸ਼ਾਹੀ, ਪਟਿਆਲਾ ਰਿਆਸਤ ਦੇ ਇਤਿਹਾਸ ਤੋਂ ਬਾਖੂਬੀ ਜਾਣੂ ਹੈ, ਜਿਸ ਕਰਕੇ ਉਹਦੇ ਨਾਵਲਾਂ ਦੇ ਵਿੱਚ ਜਿੱਥੇ ਹੋਰ ਨਾਵਲ ਉਸਨੇ ਲਿਖੇ ਨੇ ਉਹਨਾਂ ਦੇ ਵਿੱਚ ਪਟਿਆਲਾ ਰਾਜ ਘਰਾਣੇ ਦੀਆਂ ਕੁਝ ਗੱਲਾਂ ਪੜ੍ਹਨ ਸੁਣਨ ਨੂੰ ਮਿਲਦੀਆਂ ਨੇ। ਪਰ ਇਹ ਜਿਹੜਾ ਹਥਲਾ ਨਾਵਲ ਹੈ ਜਿਸ ਨੂੰ ਸਾਡੇ ਸਿਲੇਬਸ ਦਾ ਹਿੱਸਾ ਬਣਾਇਆ ਗਿਆ ਹੈ, ਇਹ ਹੈ ਇਹੋ ਹਮਾਰਾ ਜੀਵਣਾ। ਤਾਂ ਇਹਦੇ ਵਿੱਚ ਔਰਤ ਦੀ ਤਰਾਸਦੀ ਜਿਹੜੀ ਆ ਉਹ ਪੇਸ਼ ਕੀਤੀ ਗਈ ਹੈ। ਨਾਵਲ ਦੀ ਜਿਹੜੀ ਮੁੱਖ ਪਾਤਰ ਹੈ ਭਾਨੋ, ਉਹ ਕਿਸ ਤਰ੍ਹਾਂ ਦੁੱਖ ਹੰਢਾਉਂਦੀ ਹੈ, ਕਿਸ ਤਰ੍ਹਾਂ ਆਪਣੇ ਜੀਵਨ ਨੂੰ ਅੱਛਾ ਬਣਾਉਣ ਦੀ ਕੋਸ਼ਿਸ਼ ਕਰਦੀ ਹੈ, ਲੇਕਿਨ ਉਹ ਆਪਣੇ ਜੀਵਨ ਨੂੰ ਅੱਛਾ ਬਣਾਉਣ ਦੇ ਵਿੱਚ ਕਾਮਯਾਬ ਹੁੰਦੀ ਜਿਹੜੀ ਹੈ ਉਹ ਨਹੀਂ ਦੇਖੀ ਜਾ ਸਕਦੀ। ਹਰ ਥਾਂ ਤੇ ਉਹਦਾ ਦਮਨ ਹੁੰਦਾ ਹੈ। ਤਾਂ ਭਾਨੋ ਦੇ ਰੂਪ 'ਚ ਨਾਵਲਕਾਰਾਂ ਨੇ ਸਮੁੱਚੀ ਔਰਤ ਜਾਤੀ ਦਾ, ਸਮੁੱਚੀ ਔਰਤ ਬਰਾਦਰੀ ਦਾ ਜੋ ਹਸ਼ਰ ਹੈ ਉਸ ਨੂੰ ਸਿੰਬੋਲਿਕ ਤੌਰ 'ਤੇ, ਚਿੰਨ੍ਹਾਤਮਕ ਤੌਰ 'ਤੇ ਇਸ ਨਾਵਲ ਰਾਹੀਂ ਪੇਸ਼ ਕੀਤਾ ਹੈ। ਤਾਂ ਇਸ ਨਾਵਲ ਬਾਰੇ ਬਾਕੀ ਗੱਲਾਂ ਕਰਨ ਤੋਂ ਪਹਿਲਾਂ ਆਪਾਂ ਇਸ ਨਾਵਲ ਦਾ ਜਿਹੜਾ ਪਾਠ ਹੈ ਉਹ ਜ਼ਰੂਰ ਕਰਾਂਗੇ, ਤਾਂ ਕਿ ਇਸ ਨਾਵਲ ਦੇ ਵਿੱਚ ਸਾਡੀ ਰੁਚੀ ਜਿਹੜੀ ਹੈ ਉਹ ਬਣ ਸਕੇ। ਆਮ ਤੌਰ 'ਤੇ ਅਜੋਕੇ ਵਿਦਿਆਰਥੀਆਂ ਦੀ ਇਹ ਆਦਤ ਹੈ ਕਿ ਉਹ ਨਾਵਲ ਨੂੰ ਪੜ੍ਹਦੇ ਨਹੀਂ। ਜਿੰਨੀ ਦੇਰ ਤੱਕ ਨਾਵਲ ਨੂੰ ਅਸੀਂ ਪੜ੍ਹਦੇ ਨਹੀਂ, ਇਸ ਦਾ ਪਾਠ ਪਠਨ ਨਹੀਂ ਕਰਦੇ, ਉਨੀ ਦੇਰ ਤੱਕ ਅਸੀਂ ਇਸ ਨਾਵਲ ਦੀ ਭਾਵਨਾ ਨੂੰ ਸਮਝਣ ਦੇ ਵਿੱਚ ਅਸਮਰੱਥ ਰਹਿੰਦੇ ਹਾਂ। ਸੋ ਮੈਂ ਇਸ ਨਾਵਲ ਨੂੰ ਆਪਣੇ ਅੰਦਾਜ਼ 'ਚ ਤੁਹਾਡੇ ਨਾਲ ਸਾਂਝਾ ਕਰਾਂਗਾ। ਇਸ ਨਾਵਲ ਦਾ ਪਹਿਲਾ ਕਾਂਡ, ਇਸ ਦੀ ਖੂਬਸੂਰਤੀ ਦੇਖੋ ਤੁਸੀਂ, ਭਾਸ਼ਾ ਦੀ ਖੂਬਸੂਰਤੀ ਦੇਖੋ ਕਿਸ ਤਰ੍ਹਾਂ ਨਾਵਲਕਾਰਾ ਪੇਸ਼ ਕਰਦੀ ਹੈ। ਕੱਚੇ ਪੱਕੇ ਘਰਾਂ ਵਾਲਾ ਛੋਟਾ ਜਿਹਾ ਪਿੰਡ। ਨਾਵਲ ਦੀ ਸ਼ੁਰੂਆਤ ਦੇਖੋ। ਕੱਚੇ ਪੱਕੇ ਘਰਾਂ ਵਾਲਾ ਛੋਟਾ ਜਿਹਾ ਪਿੰਡ, ਪਿੰਡ ਦੀ ਕਿਤੋਂ ਸੁੱਕੀ ਕਿਤੋਂ ਗਿੱਲੀ ਵਿੰਗੀ ਟੇਢੀ ਬੀਹੀ। ਜਿਹੜੇ ਪਿੰਡਾਂ ਵਾਲੇ ਵਿਦਿਆਰਥੀ ਉਹ ਜ਼ਰੂਰ ਜਾਣਦੇ ਹੋਣਗੇ, ਬੀਹੀ ਕਿਹਨੂੰ ਕਹਿੰਦੇ ਅਸੀਂ? ਗਲੀ ਨੂੰ, ਰਸਤੇ ਨੂੰ। ਪਿੰਡਾਂ ਦੇ ਵਿੱਚ ਆਮ ਤੌਰ 'ਤੇ ਛੋਟੀਆਂ ਛੋਟੀਆਂ ਗਲੀਆਂ ਹੁੰਦੀਆਂ। ਬੀਹੀ ਦੇ ਪਰਲੇ ਸਿਰੇ ਉੱਤੇ ਮੋਕਲੇ ਜਿਹੇ ਵਿਹੜੇ ਵਾਲਾ ਨਰੈਣੇ ਅਮਰੀ ਦਾ ਘਰ। ਹੁਣ ਇੱਕ ਨਕਸ਼ਾ ਖਿੱਚ ਰਹੀ ਹੈ ਨਾਵਲਕਾਰਾ। ਬੀਹੀ ਦੇ ਪਰਲੇ ਸਿਰੇ ਉੱਤੇ ਮੋਕਲੇ ਜਿਹੇ ਵਿਹੜੇ, ਮੋਕਲੇ ਭਾਵ ਖੁੱਲ੍ਹੇ ਜਿਹੇ ਵਿਹੜੇ ਵਾਲਾ ਨਰੈਣੇ ਅਮਲੀ ਦਾ ਘਰ। ਭਾਨੋ ਘਰ ਸੰਭਰ ਰਹੀ ਹੈ। ਸ਼ਹਿਰੀ ਵਿਦਿਆਰਥੀਆਂ ਨੂੰ ਸੰਭਰਨ ਦੇ ਅਰਥ ਨਹੀਂ ਪਤਾ ਹੋਣਗੇ। ਜਦੋਂ ਝਾੜੂ ਮਾਰਦੇ ਹਾਂ ਅਸੀਂ ਘਰ ਦੇ ਵਿੱਚ, ਉਸ ਨੂੰ ਘਰ ਸੰਭਰਨਾ ਕਹਿੰਦੇ ਆ। ਭਾਨੋ ਘਰ ਸੰਭਰ ਰਹੀ ਹੈ। ਨੀ ਬੇਬੇ ਸੰਤੀ ਤੂੰ ਕੁਝ ਸੁਣਿਆ? ਕਹਿੰਦੇ ਨੇ ਗੰਗਾ ਤੇ ਨਹਾਉਣ ਗਿਆ ਨਰੈਣ ਅਮਲੀ ਤੀਵੀਂ ਲੈ ਆਇਆ। ਦਿਆਲੋ ਨੇ ਸਿਰ ਉੱਤੇ ਗੋਹੇ ਕੂੜੇ ਦੇ ਭਾਰੇ ਟੋਕਰੇ ਸਮੇਤ ਸੰਤੀ ਦੇ ਦਰਾਂ ਮੂਹਰੇ ਖੜੋਂਦਿਆਂ ਕਿਹਾ। ਪਿੰਡਾਂ ਦੀਆਂ ਔਰਤਾਂ ਦਾ ਚਰਿੱਤਰ, ਪਿੰਡਾਂ ਦੀਆਂ ਔਰਤਾਂ ਦਾ ਰਹਿਣ ਸਹਿਣ, ਪਿੰਡਾਂ ਦੀਆਂ ਔਰਤਾਂ ਦੀ ਗੱਲਬਾਤ ਦਾ ਤਰੀਕਾ ਉਹ ਇਸ ਸੰਵਾਦ ਦੇ ਵਿੱਚ ਤੁਸੀਂ ਦੇਖ ਸਕਦੇ ਹੋ। ਆਹੋ ਕੁੜੇ, ਗੰਗਾ ਮਾਈ ਸਭ ਦੀਆਂ ਭਾਉਣੀਆਂ ਪੂਰੀਆਂ ਕਰਦੀ ਹੈ, ਸੰਤੀ ਨੇ ਕੰਮੀਆਂ ਦੇ ਮੁੰਡੇ ਨੂੰ ਲੱਸੀ ਪਾਉਂਦਿਆਂ ਕਿਹਾ। ਕੰਮੀ ਕੌਣ? ਜਿਹੜੇ ਸਾਂਝੀਦਾਰ ਪਾਲੀ, ਉਹਨਾਂ ਨੂੰ ਕੰਮੀ ਕਹਿ ਦਿੱਤਾ ਜਾਂਦਾ ਪਿੰਡਾਂ ਦੇ ਵਿੱਚ। ਨਹੀਂ ਜਾ ਵੱਡੇ ਦੀ ਚੰਗੀ ਭਲੀ ਸਾਬਤੀ ਤੀਵੀਂ ਹੈ, ਖਬਰ ਨਹੀਂ ਕਿਹਦਾ ਘਰ ਪੱਟ ਕੇ ਆਈ ਹੋਊ। ਆਪਣੇ ਮੁੰਡੇ ਨੂੰ ਸਕੂਲ ਭੇਜਣ ਲਈ ਅਵਾਲ ਵਾਹੁੰਦੀ ਬਚਨੀ ਬੋਲੀ। ਪਿੰਡਾਂ ਦੇ ਪਰਿਵਾਰਾਂ ਦੇ ਵਿੱਚ
ਅੱਜ ਕੱਲ੍ਹ ਰਿਵਾਜ ਹੋ ਗਿਆ ਕਿ ਲੋਕ ਕੇਸ ਕਟਾ ਲੈਂਦੇ ਆ, ਵਾਲ ਕਟਾ ਲੈਂਦੇ ਆ, ਲੇਕਿਨ ਪੁਰਾਣੇ ਸਮਿਆਂ ਦੇ ਵਿੱਚ ਬੱਚਿਆਂ ਦਾ ਜੂੜਾ ਰੱਖਿਆ ਜਾਂਦਾ ਸੀ ਅਤੇ ਮਿੱਡੀਆਂ ਕਰਕੇ ਉਹ ਬੱਚੇ ਦਾ ਜੂੜਾ ਕਰ ਦਿੱਤਾ ਜਾਂਦਾ ਸੀ, ਅਤੇ ਆਮ ਤੌਰ 'ਤੇ ਮਾਂ ਹੀ ਕਰਦੀ ਸੀ। ਮੈਂ ਤਾਂ ਮਾੜੀ ਜਿਹੀ ਕੰਧ ਉੱਤੋਂ ਦੀ ਝਾਕੀ ਸੀ, ਭੱਜੜੇ ਪਿੱਟੇ ਦੀ ਮਟੁੱਕ ਮਟੁੱਕ ਕਰਦੀ ਤੁਰੀ ਫਿਰਦੀ ਐ, ਜਿਵੇਂ ਪਿਓ ਦੀ ਸਹੇੜ ਦਾ ਘਰ ਹੋਵੇ। ਦਿਆਲੋ ਨੇ ਆਪਣੀ ਭੈਂਗੀ ਅੱਖ ਨੂੰ ਜਰਾ ਕੁ ਮੀਚ ਕੇ ਕਿਹਾ। ਨਹੀਂ ਹੋਰ ਇਹੋ ਜਿਹੀਆਂ ਨੂੰ ਸੰਗ ਸ਼ਰਮ ਕਾਹਦੀ, ਜਿਨ੍ਹਾਂ ਨਿੱਤ ਖਸਮ ਬਦਲਣੇ ਹੋਏ। ਬਚਨੀ ਮੁੰਡੇ ਦਾ ਕੱਸ ਕੇ ਜੂੜਾ ਕਰਦਿਆਂ ਬੋਲੀ। ਹਾਲਾਤ ਦੇਖੋ, ਜਿਹੜੀ ਸਾਡੇ ਸਮਾਜ ਦੀ ਔਰਤ ਹੈ, ਉਹ ਔਰਤ ਹੱਥੋਂ ਹੀ ਦਲਿਤ ਜੀਵਨ ਜਿਹੜਾ ਹੈ ਉਹ ਜਿਉਣ ਲਈ ਮਜਬੂਰ ਹੋ ਜਾਂਦੀ ਹੈ। ਉਸ ਦੇ ਬਾਰੇ ਸਭ ਤੋਂ ਜ਼ਿਆਦਾ ਜਿਹੜੇ ਹੈ ਮੰਦੇ ਸ਼ਬਦ ਔਰਤ ਵੱਲੋਂ ਹੀ ਔਰਤ ਬਾਰੇ ਕਹੇ ਜਾਂਦੇ, ਇਹਦਾ ਇੱਕ ਪੁਖਤਾ ਸਬੂਤ ਹੈ। ਨਾਵਲਕਾਰਾ ਦਲੀਪ ਕੌਰ ਟਿਵਾਣਾ ਇਸਤਰੀ ਹੋਣ ਦੇ ਨਾਤੇ ਇਸਤਰੀਆਂ ਦੀ ਫਿਤਰਤ ਨੂੰ ਬੜੇ ਬਖੂਬੀ ਅੰਦਾਜ਼ ਦੇ ਵਿੱਚ ਜਾਣਦੀ ਹੈ। ਬੇਬੇ ਦੁੱਖ ਨਾ ਲਾ, ਮੁੰਡੇ ਨੇ ਰੋਣ ਹਾਕਾ ਹੋ ਕੇ ਕਿਹਾ। ਜਿਹਦਾ ਜੂੜਾ ਕੱਸਿਆ ਜਾ ਰਿਹਾ ਸੀ, ਮਿੱਡੀਆਂ ਕੱਸੀਆਂ ਜਾ ਰਹੀਆਂ ਸੀ, ਗੁੱਸਾ ਕਿਸੇ ਹੋਰ ਤੇ ਸੀ, ਕੱਢਿਆ ਉਹਦੇ ਜੂੜੇ ਤੇ ਜਾ ਰਿਹਾ ਸੀ, ਤਾਂ ਉਹਨੇ ਆਪਦੀ ਮਾਂ ਨੂੰ ਕਿਹਾ, ਬੇਬੇ ਦੁੱਖ ਨਾ ਲਾ, ਕਿਧਰੇ ਨਹੀਂ ਵੀ ਗੁੜ ਦੇ ਕੇ ਜਾਨ ਲਈ ਹੋਈ ਬਿੰਦ ਨੂੰ ਫਿਰ ਬੂਦਰੀਆਂ ਖੰਡਾਈ ਫਿਰੇਗਾ। ਬੂਦਰੀਆਂ, ਜਦੋਂ ਜੂੜੇ ਦੇ ਵਿੱਚੋਂ ਕੁਝ ਵਾਲ ਨਿਕਲ ਜਾਂਦੇ ਆ, ਉਹਨਾਂ ਨੂੰ ਫਿਰ ਬੂਦਰੀਆਂ ਸ਼ਬਦ ਦੇ ਨਾਲ ਸੰਬੋਧਿਤ ਕੀਤਾ ਜਾਂਦਾ ਹੈ। ਕੁੜੇ ਬਚਨੀ, ਆਪਾਂ ਨੂੰ ਕੀ ਪਤਾ ਅਗਲੀ ਦੇ ਕਾਹ ਤੋਂ ਅੱਕ ਚੱਬਿਆ, ਉਹ ਕਿਹਦਾ ਦਿਲ ਕਰਦਾ ਆਪਣਾ ਟਿਕਾਣਾ ਛੱਡਣ ਨੂੰ। ਸੰਤੀ ਮੱਕੀ ਦੀ ਰੋਟੀ ਦੇ ਖੰਨੇ ਨੂੰ ਹਥੇਲੀ ਉੱਤੇ ਮਲ ਕੇ ਚਿੜੀਆਂ ਲਈ ਭੋਰਾ ਚੂਰਾ ਕਰਦੀ ਕਹਿਣ ਲੱਗੀ। ਹੁਣ ਇਸ ਹਿੱਸੇ ਦੇ ਵਿੱਚ ਤੁਸੀਂ ਇਹ ਵੀ ਮਹਿਸੂਸ ਕਰਦੇ ਹੋਵੋਗੇ ਕਿ ਪਿੰਡਾਂ ਦੇ ਲੋਕ ਜਿੱਥੇ ਆਪ ਦਾ ਖਾਣ ਪੀਣ ਦਾ ਧਿਆਨ ਰੱਖਦੇ ਸੀ, ਉੱਥੇ ਜੀ ਜੰਤ ਜਨੌਰਾਂ ਦਾ ਵੀ ਖਾਣ ਲਈ ਧਿਆਨ ਰੱਖਦੇ ਸੀ। ਸੰਤੀ ਮੱਕੀ ਦੀ ਰੋਟੀ ਦੇ ਖੰਨੇ ਨੂੰ, ਮੱਕੀ ਦੀ ਰੋਟੀ ਦਾ ਖੰਨਾ ਭਾਵ ਮੱਕੀ ਦੀ ਰੋਟੀ ਦਾ ਟੁਕੜਾ, ਖੰਨਾ ਟੁਕੜਾ, ਚੌਥਾ ਹਿੱਸਾ, ਤੀਜਾ ਹਿੱਸਾ। ਖੰਨੇ ਨੂੰ ਹਥੇਲੀ ਉੱਤੇ ਮਲ ਕੇ ਚਿੜੀਆਂ ਲਈ ਭੋਰਾ ਚੂਰਾ ਕਰਦੀ ਕਹਿਣ ਲੱਗੀ। ਜਾਣਦੇ ਬੇਬੇ, ਅੱਜ ਕੱਲ੍ਹ ਬੁੱਧ ਭ੍ਰਿਸ਼ਟ ਹੁੰਦੀ ਨੂੰ ਕੀ ਚਿਰ ਲੱਗਦਾ। ਹੁਣ ਉੱਤਮ ਪੌਣੇ ਦੀ ਧੀ ਦੇਖ ਲੈ, ਛੱਡੇ ਨੇ ਮਾਪੇ ਕਿਤੇ ਖੜਨ ਜੋਗੇ। ਦਿਆਲੋ ਨੇ ਠੰਡ ਦੀ ਮਾਰੀ ਭੁੰਜੇ ਡਿੱਗੀ ਇੱਕ ਭਰਿੰਡ ਨੂੰ ਜੁੱਤੀ ਨਾਲ ਮਸਲਦਿਆਂ ਕਿਹਾ। ਹੁਣ ਇਹਦੇ ਵੀ ਕੁਝ ਅਰਥ ਹੈ, ਨਾਵਲਕਾਰਾਂ ਨੇ ਜਿਹੜਾ ਇਹ ਲਿਖਿਆ, ਦਿਆਲੋ ਨੇ ਠੰਡ ਦੀ ਮਾਰੀ ਭੁੰਜੇ ਡਿੱਗੀ ਇੱਕ ਭਰਿੰਡ ਨੂੰ ਜੁੱਤੀ ਨਾਲ ਮਸਲਦਿਆਂ ਕਿਹਾ। ਤਾਂ ਇੱਥੇ ਠੰਡ ਨਾਲ ਜਿਹੜੀ ਹੈ, ਠੰਡ ਦੀ ਮਾਰੀ ਜਿਹੜੀ ਭੁੰਜੇ ਡਿੱਗੀ ਭਰਿੰਡ ਹੈ, ਉਹਦੀ ਤਸ਼ਬੀਹ ਕਿਹਦੇ ਨਾਲ ਕੀਤੀ ਗਈ ਹੈ? ਭਾਨੋ ਨਾਲ ਕੀਤੀ ਗਈ ਹੈ। ਉਹ ਪਹਿਲਾਂ ਦੁਖਿਆਰੀ ਹੈ, ਇਹ ਉਹਨੂੰ ਹੋਰ ਦੁਖਿਆਰੀ ਕਰਨ ਦੀ ਕੋਸ਼ਿਸ਼ ਕਰ ਰਹੀਆਂ, ਹੋਰ ਉਹਦੇ ਜਿਹੜੀਆਂ ਜੁੱਤੀਆਂ ਮਾਰਨ ਦੀ ਕੋਸ਼ਿਸ਼ ਕਰ ਰਹੀਆਂ। ਭਾਨੋ ਨੂੰ ਕੜਛਾ ਚੁੱਕੀ ਆਉਂਦੀ ਦੇਖ ਸਭ ਮੁੱਤਰ ਮੁੱਤਰ ਉਸ ਕੰਨੀ ਝਾਕਣ ਲੱਗੀਆਂ। ਬੇਬੇ ਅੱਗ ਹੈ, ਭਾਨੋ ਨੇ ਸੰਤੀ ਦੇ ਓਟੇ ਕੋਲ ਚੁੱਲ੍ਹੇ ਵੱਲ ਝਾਕਦਿਆਂ ਕਿਹਾ। ਓਟਾ ਕੀ ਹੁੰਦਾ? ਜਿਹੜਾ ਪਿੰਡਾਂ ਦੇ ਵਿੱਚ ਬਾਹਰ ਬਣਾਇਆ ਹੁੰਦਾ ਰੋਟੀ ਬਣਾਉਣ ਵਾਸਤੇ, ਉਹਦੇ ਦੁਆਲੇ ਜੋ ਕੰਧੋਲੀ ਕੀਤੀ ਹੁੰਦੀ ਹੈ, ਇੱਕ ਪੜਦੀ ਜੀ ਕੀਤੀ ਹੁੰਦੀ ਹੈ, ਉਹਨੂੰ ਓਟਾ ਵੀ ਕਹਿ ਦਿੰਦੇ, ਕੰਧੋਲੀ ਵੀ ਕਹਿ ਦਿੰਦੇ। ਬੇਬੇ ਅੱਗ ਹੈ, ਭਾਨੋ ਨੇ ਸੰਤੀ ਦੇ ਓਟੇ ਕੋਲ ਚੁੱਲ੍ਹੇ ਵੱਲ ਝਾਕਦਿਆਂ ਪੁੱਛਿਆ। ਆਹੋ ਬਥੇਰੀ, ਆਖ ਸੰਤੀ ਨੇ ਉਸਦੇ ਸਧਾਰਨ ਜਿਹੇ ਮੂੰਹ ਵੱਲ ਤੱਕਦਿਆਂ ਕੜਛਾ ਫੜ ਲਿਆ। ਦਿਆਲੋ ਕਨੱਖੀ ਕਨੱਖੀ ਝਾਕਦੀ ਟੋਕਰਾ ਸੁੱਟਣ ਤੁਰ ਪਈ। ਬਚਨੀ ਮੁੰਡੇ ਦਾ ਜੂੜਾ ਕਰਕੇ ਕੰਘੀ ਉੱਤੋਂ ਕੋਈ ਜੂੰ ਲੀਖ ਲੱਭਣ ਲੱਗੀ। ਤੁਸੀਂ ਦੇਖਿਆ ਹੋਣਾ ਕਿ ਜਦੋਂ ਪਿੰਡਾਂ ਦੀਆਂ ਔਰਤਾਂ ਜਾਂ ਸ਼ਹਿਰਾਂ ਦੀਆਂ ਵੀ ਬੱਚੇ ਦੇ ਵਾਲ ਵਾਹੁੰਦੀਆਂ ਤਾਂ ਉਹ ਕੰਘੇ ਨੂੰ ਇੱਕ ਵਾਰੀ ਇਸ ਤਰ੍ਹਾਂ ਕਰਦੀਆਂ ਅਤੇ ਫਿਰ ਉਹਨੂੰ ਦੇਖਦੀਆਂ ਕੋਈ ਜੂੰ ਲੀਖ ਤਾਂ ਨਹੀਂ ਆਈ। ਜੂੰ ਲੀਖਾਂ ਬਾਰੇ ਵੀ ਤੁਹਾਨੂੰ ਪਤਾ ਹੋਊਗਾ। ਪਹਿਲਾਂ ਹੁੰਦੀ ਹੈ, ਦੱਸਦੇ ਹੁੰਦੇ ਕਿ ਧੱਖ, ਫਿਰ ਬਣਦੀ ਹੈ ਲੀਖ, ਅਤੇ ਫਿਰ ਬਣਦੀ ਹੈ ਜੂੰ। ਧੱਖ ਆਂਡਾ ਹੁੰਦਾ ਜੂੰ ਦਾ, ਫਿਰ ਜੂੰ ਤੋਂ ਥੋੜ੍ਹੀ ਜਿਹੀ ਬੱਚਾ ਜਿਹਾ ਬਣ ਜਾਂਦੀ ਹੈ, ਫਿਰ ਉਹਨੂੰ ਅਸੀਂ ਲੀਖ ਕਹਿ ਦਿੰਦੇ ਹਾਂ। ਫਿਰ ਜਦੋਂ ਪੱਕੀ ਖੂਨ ਚੂਸਣ ਵਾਲੀ ਬਣ ਜਾਂਦੀ ਹੈ, ਫਿਰ ਉਹ ਜੂੰ ਦਾ ਰੂਪ ਅਖਤਿਆਰ ਕਰ ਜਾਂਦੀ ਹੈ। ਭਾਨੋ ਅੱਗ ਲੈ ਕੇ ਮੁੜ ਗਈ। ਕਿਉਂ ਬੇਬੇ ਸੰਤੀ, ਨਰੈਣ ਦੀ ਬਹੂ ਦੇ ਲੀੜੇ ਤਾਂ ਪੁਰਾਣੇ ਪਾਏ ਹੋਏ ਨੇ। ਬਚਨੀ ਨੇ ਕੰਘੀ ਵਿੱਚ ਫੂਕ ਮਾਰਦਿਆਂ ਕਿਹਾ। ਜਿਹੜੀ ਕੰਘੀ ਉਹ ਸਾਫ਼ ਕਰ ਰਹੀ ਸੀ,
ਉਹਦੇ ਵੱਲ ਫੂਕ ਮਾਰਦਿਆਂ ਕਿਹਾ, ਕੁੜੇ ਬਚਨੀ, ਰੱਬ ਨੂੰ ਜਾਨ ਦੇਣੀ ਹੈ, ਉਹ ਵੇਖਣ ਨੂੰ ਤਾਂ ਗਊ ਵਰਗੀ ਲੱਗਦੀ ਹੈ। ਬੇਬੇ ਤੂੰ ਨਹੀਂ ਜਾਣਦੀ ਇਹੋ ਜਿਹੀਆਂ ਨੂੰ, ਬਥੇਰੇ ਚੋਚਲੇ ਕਰਨੇ ਆਉਂਦੇ ਹੁੰਦੇ ਨੇ। ਗਊ ਵਰਗੀ ਹੁੰਦੀ ਤੇ ਅਮਲੀ ਨਾਲ ਹੀ ਤੁਰ ਆਉਂਦੀ। ਕੋੜੇ ਹੋਏ ਚੋਂ ਕੱਚਾ ਬੇਰ ਲੈ ਕੇ ਖਾਣ ਨੂੰ ਤਾਂ ਚਿੱਤ ਨਹੀਂ ਕਰਦਾ, ਨਿਰਾ ਘੋਰੀ ਹੈ। ਊਂ ਤਾਂ ਬਚਨੀ ਰੱਬ ਹੀ ਜਾਣਦਾ ਹੈ, ਪਰ ਇਸ ਉਮਰ 'ਚ ਤੀਵੀਆਂ ਊਂ ਹੀ ਨਹੀਂ ਤੁਰ ਪੈਂਦੀਆਂ ਹੁੰਦੀਆਂ। ਅਵਸਰ ਮਤ ਦੀ ਗੱਲ ਹੋਰ ਹੁੰਦੀ ਹੈ। ਅਵਸਰ ਮਤ ਭਾਵ ਅੱਲੜਪੁਣਾ। ਨਿਆਣੀ ਸਿਆਣੀ ਉਮਰ 'ਚ ਤਾਂ ਪੈਰ ਤਿਲਕ ਜਾਂਦਾ ਹੈ, ਪਰ ਇਹ ਤਾਂ ਖਾਸੀ ਉਮਰ ਦੀ ਪੱਕੀ ਲੱਗਦੀ ਹੈ। ਮੇਰੇ ਖਿਆਲ 'ਚ ਹੋਊ ਇਹੀ 28-30 ਦੇ ਗੇੜ 'ਚ। ਚਲੋ ਬੇਬੇ ਕੁਛ ਵੀ ਹੈ, ਨਰੈਣ ਅਮਲੀ ਦੇ ਤਾਂ ਭਾਗ ਖੁੱਲ੍ਹ ਗਏ। 2 ਵੇਲੇ ਹੱਥ ਫੂਕਦਾ ਸੀ, ਹੁਣ ਪੱਕੀਆਂ ਪਕਾਈਆਂ ਤਾਂ ਮਿਲਿਆ ਕਰਨਗੀਆਂ। ਕਹਿੰਦੇ ਨੇ ਜਵਾਨੀ ਪਹਿਰੇ ਅੱਗੇ ਵੀ ਇਸੇ ਨੇ 500 ਦੇ ਕੇ ਵਿਆਹ ਕਰਵਾਇਆ ਸੀ। ਪੁਰਾਣੇ ਸਮਿਆਂ ਦੇ ਵਿੱਚ ਪੈਸੇ ਦੇ ਕੇ ਵਿਆਹ ਕਰਵਾਉਣ ਦਾ ਰਿਵਾਜ ਚੱਲਦਾ ਸੀ। ਅੱਜ ਵਾਂਗ ਨਹੀਂ ਕਿ ਲੋਕਾਂ ਨੂੰ ਦਹੇਜ ਦੇਣਾ ਪੈਂਦਾ ਅਤੇ ਫਿਰ ਉਹਨਾਂ ਨੂੰ ਕੁੜੀ ਜਿਹੜੀ ਹੈ ਉਹ ਵਿਆਹੁਣੀ ਪੈਂਦੀ ਹੈ। ਪੁਰਾਣੇ ਸਮਿਆਂ 'ਚ ਮੁੰਡੇ ਵਾਲੇ ਮਿੰਨਤਾਂ ਕੱਢਦੇ ਹੁੰਦੇ ਸੀ ਰਿਸ਼ਤਿਆਂ ਵਾਸਤੇ। ਆਹੋ, ਉਹ ਤਾਂ ਚੰਦਰੇ ਨਾਲ ਠੱਗੀ ਹੋ ਗਈ ਸੀ। ਉਹ ਤੀਵੀਂ ਤਾਂ 2 ਮਹੀਨੇ ਵੀ ਨਹੀਂ ਸੀ ਟਿਕੀ। ਉਹ ਤਾਂ ਕਹਿੰਦੇ ਨੇ ਬਸ ਕੰਮ ਚਲਾਊ ਸੀ। ਪੈਸੇ ਦੇ ਕੇ ਮਾਪੇ ਕਿਸੇ ਨਾਲ ਤੋਰ ਦਿੰਦੇ ਸੀ ਅਤੇ ਮਹੀਨੇ 2 ਮਹੀਨੇ ਮਗਰੋਂ ਭੱਜ ਜਾਂਦੀ। ਫਿਰ ਪੈਸੇ ਲੈ ਕੇ ਕਿਤੇ ਹੋਰ ਤੋਰ ਦਿੰਦੇ। ਉਹਨਾਂ ਦਾ ਧੰਦਾ ਹੀ ਇਹ ਸੀ। ਪੁਰਾਣੇ ਸਮੇਂ 'ਚ ਇਹ ਵੀ ਚੱਲਦਾ ਸੀ ਕਿ ਕੁੜੀ ਇੱਕ ਵਾਰੀ ਤੋਰਤੀ ਪੈਸੇ ਲੈ ਕੇ, ਅਤੇ ਜਿਹੜੇ ਮਾੜੇ ਮਾਪੇ ਸੀਗੇ ਉਹ ਕੁੜੀ ਨੂੰ ਕਹਿੰਦੇ ਤੂੰ 2 ਮਹੀਨਿਆਂ ਬਾਅਦ ਛੱਡ ਕੇ ਆ ਜੀ। ਉਹ ਫਿਰ 500 ਰੁਪਈਆ ਜਾਂ 1000 ਰੁਪਈਆ ਲੈ ਕੇ ਕਿਸੇ ਹੋਰ ਦੇ ਤੋਰ ਦਿੰਦੇ ਸੀ। ਯਾਨੀ ਔਰਤ ਦੀ ਜਿਹੜੀ ਸਥਿਤੀ ਹੈ ਪਿਛਲੇ ਸਮਿਆਂ ਦੇ ਵਿੱਚ ਅੱਜ ਨਾਲੋਂ ਵੀ ਮਾੜੀ ਅਸੀਂ ਦੇਖ ਸਕਦੇ ਹਾਂ। ਬੇਸ਼ੱਕ ਬਾਬੇ ਨਾਨਕ ਨੂੰ ਇਸ ਐਵੇਂ ਨਹੀਂ ਸੀ ਕਹਿਣਾ ਪੈ ਗਿਆ ਕਿ ਸੋ ਕਿਉ ਮੰਦਾ ਆਖੀਐ ਜਿਤ ਜੰਮੈ ਰਾਜਾਨ, ਕਿਉਂਕਿ ਜਦੋਂ ਤੋਂ ਸ੍ਰਿਸ਼ਟੀ ਸਜੀ ਆ ਔਰਤ ਨਾਲ ਇਸ ਤਰ੍ਹਾਂ ਹੁੰਦਾ ਆਇਆ, ਕਿਤੇ ਜ਼ਿਆਦਾ ਕਿਤੇ ਘੱਟ, ਲੇਕਿਨ ਇਹ ਸਾਰਾ ਕੁਝ ਚੱਲਦਾ ਆਇਆ। ਕਈ ਨਪੁੱਤੇ ਦੇ ਮਾਪੇ ਹੀ ਵੈਰੀ ਹੁੰਦੇ ਨੇ। ਤੈਨੂੰ ਬੇਬੇ ਸੰਤੀ ਕੀ ਦੱਸਾਂ, ਮੈਂ ਕਿਹੜਾ ਕਬਾਹ ਚੁਗਦੀ ਸੀ ਆਪਣੇ ਪੇਕੀ। ਨਵੇਂ ਪਿੰਡ ਦਾ ਰਾਜਾ ਕਿਤੇ ਉਧਰੋਂ ਲੰਘਿਆ, ਖੂਹ ਚੱਲਦਾ ਦੇਖ ਪਾਣੀ ਪੀਣ ਆ ਗਿਆ। ਕਿਸੇ ਦਾ ਨਾਤਾ ਕਰਵਾਉਂਦਾ ਫਿਰਦਾ ਸੀ। ਮੇਰੇ ਕੰਨੀ ਦੇਖ ਕੇ ਨਾਲ ਦੇ ਨੂੰ ਕਹਿਣ ਲੱਗਿਆ, ਬਖਤੌਰਿਆ, ਇਹੋ ਜਿਹੀ ਕੁੜੀ ਦਾ ਤਾਂ ਅਗਲੇ ਨੇ 2000 ਵੀ ਦੇਣਾ ਮੰਨ ਜਾਂਦੇ ਨੇ, ਪਰ ਉਸਦਾ 500 ਤੋਂ 1 ਪੈਸਾ ਵੀ ਵੱਧ ਅਗਲੇ ਨਹੀਂ ਦੇਣਾ। ਮੇਰੀ ਬੇਬੇ ਕਿਤੇ ਸੁਣਦੀ ਸੀ, ਉਦੋਂ ਹੀ ਬਘਿਆੜੀ ਵਾਂਗੂ ਪਈ। ਰਾਜਾ ਜੀ, ਸਾਡੀ ਕੁੜੀ ਕੰਨੀ ਨਾ ਉਂਗਲ ਕਰੋ। ਅਸੀਂ ਤਾਂ ਤੁਹਾਨੂੰ ਪਤਾ ਹੀ ਹੈ ਔਖੇ ਦਿਨਾਂ 'ਚ ਵੀ ਕੁੜੀਆਂ ਪੁੰਨ ਦੀਆਂ ਵਿਆਹੀਆਂ ਨੇ। ਹੁਣ ਤਾਂ ਰੱਬ ਨੇ ਘਾਟਾ ਹੀ ਕਾਸੇ ਦਾ ਨਹੀਂ ਰੱਖਿਆ ਹੋਇਆ। ਉਹ ਨਹੀਂ ਜਜਮਾਨਣੀ, ਤੁਹਾਡਾ ਕੀ ਲੇਖਾ ਹੈ, ਮੈਂ ਤਾਂ ਸਰਸਰੀ ਗੱਲ ਕੀਤੀ ਸੀ, ਉਹ ਬੋਲਿਆ। ਕੁੜੇ ਬਚਨੀ, ਇੱਥੋਂ ਹੀ ਤਾਂ ਘਰਾਣੇ ਬੇਘਰਾਣੇ ਪਰਖੇ ਜਾਂਦੇ ਨੇ। ਸੰਤੀ ਨੇ ਦੇ ਬਖੇਰੇ ਭੋਰੇ ਚੂਰੇ ਨੂੰ ਚੁਗਣ ਕਿੰਨੀਆਂ ਹੀ ਚਿੜੀਆਂ ਆ ਉਤਰੀਆਂ ਸਨ। ਨਾਵਲਕਾਰਾ ਪਿਛਲੀ ਘਟਨਾ ਦੇ ਨਾਲ ਸਾਨੂੰ ਜੋੜ ਕੇ ਚੱਲਦੀ ਹੈ। ਅਤੇ ਸ਼ੁਰੂ 'ਚ ਗੱਲ ਆਈ ਸੀ ਨਾ ਕਿ ਮੱਕੀ ਦਾ ਜਿਹੜਾ ਖੰਨਾ ਸੀਗਾ, ਮੱਕੀ ਦੀ ਰੋਟੀ ਦਾ ਖੰਨਾ ਜਿਹੜਾ ਸੀ ਉਹ ਭੋਰ ਚੋਰ ਕਰਕੇ ਉਹਨੇ ਚਿੜੀਆਂ ਨੂੰ ਪਾਤਾ। ਅਤੇ ਫਿਰ ਉਹ ਦ੍ਰਿਸ਼ ਪੇਸ਼ ਕਰ ਰਹੀ ਹੈ ਕਿ ਸੰਤੀ ਦੇ ਬਖੇਰੇ ਭੋਰੇ ਚੂਰੇ ਨੂੰ ਚੁਗਣ ਕਿੰਨੀਆਂ ਹੀ ਚਿੜੀਆਂ ਆ ਉਤਰੀਆਂ ਸਨ। ਬਚਨੀ ਘਰਾਣੇ ਘਰ ਦੀ ਮੜਕ ਵਾਲੀ ਜਨਾਨੀ ਵਾਂਗ ਜਦੋਂ ਸਿਰ ਉੱਪਰਲਾ ਝੋਨਾ ਠੀਕ ਕਰਦੀ ਲੰਘੀ ਤਾਂ ਚਿੜੀਆਂ ਤ੍ਰਹਿ ਕੇ ਉੱਡ ਕੇ ਕੰਧਾਂ ਕੌਲਿਆਂ 'ਤੇ ਜਾ ਬੈਠੀਆਂ। ਉਸਦੇ ਲੰਘ ਜਾਣ ਮਗਰੋਂ ਉਹ ਮੁੜ ਭੋਰਾ ਚੂਰਾ ਚੁਗਣ ਆ ਉਤਰੀਆਂ। ਇੱਕ ਸ਼ਬਦ ਇੱਥੇ ਆਇਆ ਸੀ, ਬਚਨੀ ਘਰਾਣੇ ਘਰ ਦੀ ਮੜਕ ਵਾਲੀ ਜਨਾਨੀ ਵਾਂਗ ਜਦੋਂ ਸਿਰ ਉੱਪਰਲਾ ਝੋਨਾ ਠੀਕ ਕਰਦੀ ਲੰਘੀ। ਝੋਨਾ ਕੀ ਹੁੰਦਾ? ਦੁਪੱਟਾ, ਸਿਰ 'ਤੇ ਲੈਣ ਵਾਲਾ ਕੱਪੜਾ। ਇੱਕ ਤਾਂ ਝੋਨਾ ਹੁੰਦਾ ਨਾ ਚਾਵਲ ਦੀ ਫਸਲ, ਇੱਕ ਝੋਨਾ ਹੁੰਦਾ ਦੁਪੱਟਾ। ਉਸਦੇ ਲੰਘ ਜਾਣ ਮਗਰੋਂ ਉਹ ਮੁੜ ਭੋਰਾ ਚੂਰਾ ਚੁਗਣ ਆ ਉਤਰੀਆਂ। ਕੰਮ ਧੰਦੇ ਤੋਂ ਵਿਹਲੀ ਹੋ ਸੰਤੀ ਨੇ ਕੱਚੀ ਕੰਧ ਦੇ ਉੱਤੋਂ ਦੀ ਝਾਕ ਕੇ ਭਾਨੋ ਦੇ ਘਰ ਵੱਲ ਨਜ਼ਰ ਮਾਰੀ। ਫਿਰ ਖਬਰ ਨਹੀਂ ਕੀ ਚਿੱਤ 'ਚ ਆਈ, ਉਹ ਜੱਕੋ ਤੱਕੀ ਕਰਦੀ ਉਸਦੇ ਘਰ ਚਲੀ ਗਈ। ਭਾਨੋ ਭਾਂਡੇ ਮਾਂਜ ਰਹੀ ਸੀ। ਕੁੜੇ ਭਾਨੋ, ਨਾ ਕੁੜੇ ਬਹੂ, ਘਰ ਤਾਂ ਤੀਵੀਆਂ ਨਾਲ ਹੀ ਹੁੰਦੇ ਨੇ। ਨਰੈਣ ਵਿਚਾਰੇ ਦੇ ਕੌਣ ਸੀ ਘਰ ਦੀ ਖਬਰਸਾਰ ਰੱਖਣ ਵਾਲਾ? ਚੰਦਰੇ ਦੀ ਮਾਂ ਤਾਂ ਨਿੱਕੇ ਜਿਹੇ ਦੀ ਹੁੰਦੀ ਹੋਈ ਮਰ ਗਈ ਸੀ। ਇੱਕ ਭੈਣ ਹੈ ਕਰਤਾਰੀ, ਉਹ ਕਿਧਰੇ ਕਹਿੰਦੇ ਯੂਪੀ ਜਾਪੀ ਕੰਨੀ ਰਹਿੰਦੀ ਹੈ। ਜਿੱਧਰਲੇ ਭਈਏ ਹੁੰਦੇ ਨੇ, ਜਿੱਦਣ ਦਾ ਇਸ ਦਾ ਪਿਓ ਮਰਿਆ, ਰੋਕਣ ਟੋਕਣ ਵਾਲਾ ਕੋਈ ਰਿਹਾ ਨਾ। ਬਸ ਮਾੜੀ ਸੰਗਤ 'ਚ ਪੈ ਕੇ ਵੈਲਾਂ 'ਚ ਪੈ ਗਿਆ।
ਭੋਂ ਧਰਤਰ ਫੂਕੀ ਗਿਆ। ਇਹ ਤਾਂ ਭਾ ਚੰਗੇ ਹੋ ਗਏ ਜਿਣਸਾਂ ਦੇ, ਤਾਂ ਕਿਤੇ ਜਾ ਕੇ ਸਾਰੇ ਪੈਸੇ ਥੋੜੇ ਜਿਹੇ ਵਿੱਘਿਆਂ ਉੱਤੇ ਕਰਕੇ ਚਾਰ ਕਿਆਰੇ ਛਡਾ ਲਏ, ਨਹੀਂ ਤਾਂ ਬੂਹੇ ਹਾਲ ਹੋ ਚੱਲੇ ਸੀ, ਨਹੀਂ ਤਾਂ ਬੁਰੇ ਹਾਲ ਹੋ ਚੱਲੇ ਸੀ। ਅੱਜ ਕੱਲ ਤੂੰ ਸਿਆਣੀ ਐ, ਸਾਕ ਵੀ ਤਾਂ ਅਗਲਾ ਚਾਰ ਡਲਿਆਂ ਨੂੰ ਹੀ ਕਰਦਾ ਹੈ, ਨਾਲੇ ਅਮਲੀਆਂ ਠਮਲੀਆਂ ਦੇ ਤਾਂ ਊਈ ਨਹੀਂ ਕੋ ਨੇੜੇ ਖੜਦਾ। ਬਹਿ ਜਾ ਬੇਬੇ, ਭਾਨੋ ਨੇ ਪੀੜੀ ਦਿੰਦੀ ਨੇ ਕਿਹਾ। ਚਲਦੀ ਆਂ, ਕੰਮ ਪਿਆ ਸਾਰਾ ਹੀ, ਅਜੇ ਬਾਹਰ ਰੋਟੀ ਦੇਣ ਜਾਣਾ। ਮੈਂ ਕਿਹਾ ਦੇਖ ਆਵਾਂ ਨਰੈਣ ਦੀ ਬਹੂ ਕੀ ਕਰਦੀ ਹੈ। ਸੁੱਖ ਨਾਲ ਪੇਕੇ ਕਿਹੜੇ ਥਾਂ ਨੇ ਤੇਰੇ? ਪੇਕੇ ਪੇਕੇ ਭੜੀ ਦੇ ਕੋਟਲੇ ਨੇ, ਭਾਨੋ ਨੇ ਸੁਆਹ ਵਾਲੇ ਹੱਥ ਧੋਦਿਆਂ ਕਿਹਾ। ਫੇਰ ਤਾਂ ਚੰਗੇ ਤਕੜੇ ਨਗਰ ਦੀਆਂ ਕੁੜੇ, ਮੈਂ ਤਾਂ ਸਵੇਰੇ ਅੱਗ ਲੈਣ ਆਈ ਦੀ ਤੋਰ ਤੋਂ ਹੀ ਪਛਾਣ ਲਿਆ ਸੀ ਵੀ ਮਾੜੇ ਤੀੜੇ ਪਿੰਡ ਦੀ ਨਹੀਂ ਲੱਗਦੀ। ਨਗਰ ਵਿੱਚ ਆਪਣਾ ਕੀ ਹੈ ਬੇਬੇ, ਇੱਕ ਭਰਾ ਸੀ ਲੈ ਦੇ ਕੇ ਰੱਬ ਨੂੰ ਪਿਆਰਾ ਹੋ ਗਿਆ। ਭਾਨੋ ਨੇ ਅੱਖਾਂ ਭਰ ਕੇ ਕਿਹਾ। ਅੱਛਾ, ਇਹ ਤਾਂ ਬੜਾ ਲੋੜਾ ਹੋਇਆ। ਫਿਰ ਹੋ ਕੀ ਗਿਆ ਸੀ ਉਸਨੂੰ? ਹੋਣਾ ਕੀ ਸੀ, ਮਾੜੀ ਕਿਸਮਤ ਜਰਗ ਦੇ ਮੇਲੇ ਵਾਲੇ ਦਿਨ ਮੁੰਡਿਆਂ ਖੁੰਡਿਆਂ ਨਾਲ ਰਲ ਕੇ ਸ਼ਰਾਬ ਪੀ ਲਈ, ਕਿਤੇ ਹੈ ਸੀ ਤੱਤੀ, ਘਰ ਦੀ ਕੱਢੀ ਵੀ, ਤੇ ਬਸ ਅੰਦਰ ਹੀ ਫੂਕਤਾ ਉਸਨੇ। ਜਿਉਂ ਲੱਗਿਆ ਬਰੀਕੀ ਤਾਪ ਚੜਨ, 3 ਸਾਲ ਮੁੰਡਾ ਅੱਡੀਆਂ ਰਗੜਦਾ ਰਿਹਾ। ਤੁਸੀਂ ਲੁਧਿਆਣੇ ਨਹੀਂ ਦਿਖਾਇਆ? ਆਖਦੇ ਨੇ ਉੱਥੇ ਇੱਕ ਵਲਾਇਤੀ ਡਾਕਦਾਰ ਹੈ, ਫੀਸ ਤਾਂ ਖਾਸੇ ਰੁਪਈਏ ਲੈਂਦਾ, ਪਰ ਬੰਦੇ ਨੂੰ 9/9 ਕਰ ਦਿੰਦਾ। ਦਿਖਾਇਆ ਸੀ ਬੇਬੇ, ਪਰ ਟੁੱਟੀ ਨੂੰ ਕੌਣ ਗੰਢੇ, ਖੇਤੀ ਛੱਡਣੀ ਪੈ ਗਈ। ਬਟਾਈ ਵਾਲੇ ਤੂੰ ਸਿਆਣੀ ਐ, ਐਂ ਕੀ ਦਿੰਦੇ ਐ? ਸਾਰਾ ਕੰਮ ਕੁਲੰਜ ਕੇ ਬਿਮਾਰੀ ਤੇ ਲਾਤਾ, ਸਾਰਾ ਘਰ ਕੁਲੰਜ ਕੇ ਬਿਮਾਰੀ ਤੇ ਲਾਤਾ। ਉਹੋ ਜਿਹੇ ਦਿਨ ਤਾਂ ਰੱਬ ਕਿਸੇ ਵੈਰੀ ਉੱਤੇ ਨਾ ਲਿਆਵੇ। ਆਹੋ, ਸਭ ਚੱਲਦੇ ਦੇ ਲਾਗੂ ਨੇ, ਔਖੇ ਵੇਲੇ ਕੌਣ ਕਿਸੇ ਨੂੰ ਪੁੱਛਦਾ ਹੈ। ਕਹਿੰਦੇ ਨੇ ਬੇਬੇ ਮੁਕੱਦਮਾ ਤੇ ਜ਼ਹਿਮਤ ਨਾ ਪਵੇ ਕਿਸੇ ਨੂੰ। ਇਸ ਮੁੰਡੇ ਦੀ ਬਿਮਾਰੀ ਨੇ ਸਾਨੂੰ ਕੌਡੀਆਂ ਹੌਲੇ ਕਰਤਾ। ਪਹਿਲਾਂ ਮੱਝ ਵੇਚੀ, ਫਿਰ ਬਲਦ। ਜਿੱਦਣ ਨਿਆਈ ਵਾਲੇ ਖੇਤ ਦਾ ਗੂਠਾ ਲਾ ਕੇ ਆਇਆ, ਬਾਪੂ ਮਸੋਸਿਆ ਜਾਂ ਬਿਨਾਂ ਕੁਝ ਖਾਧੇ ਪੀਤੇ ਹੀ ਅੰਦਰ ਪੈ ਗਿਆ ਜਾ ਕੇ। ਹਾਂ ਭਾਨੋ, ਠੀਕ ਆ, ਜ਼ਮੀਨ ਤਾਂ ਜੱਟ ਦੀ ਜਾਨ ਹੁੰਦੀ ਹੈ। ਫਿਰ ਬੇਬੇ ਕਿਸੇ ਨੇ ਕਿਹਾ ਮੁੰਡੇ ਨੂੰ ਦਿੱਲੀ ਲੈ ਕੇ ਜਾਓ, ਪੈਸਾ ਘਰ ਇੱਕ ਨਾ, ਮੂੰਹ ਲੱਗਦੇ ਥਾਵਾਂ ਤੋਂ ਅੱਗੇ ਲੈ ਕੇ ਬੈਠੇ ਸੀ। ਹਾਰ ਕੇ ਬਾਪੂ ਨੇ ਮੇਰਾ ਵਿਆਹ ਧਰਤਾ। ਹੁਣ ਵਿਆਹ ਕਿਉਂ ਧਰਤਾ? ਕਿ 4 ਰੁਪਈਏ ਮੁੰਡੇ ਵਾਲੇ ਤੋਂ ਲੈ ਲਾਂਗੇ ਤੇ ਆਪਦੇ ਮੁੰਡੇ ਦਾ ਇਲਾਜ ਕਰਾ ਲਾਂਗੇ। ਲੋਕਾਂ ਦੀਆਂ ਮਜਬੂਰੀਆਂ ਦੇਖੋ। ਬਾਪੂ ਨੇ ਮੇਰਾ ਵਿਆਹ ਧਰਤਾ ਵੀ ਮੁੰਡਾ ਕਿਵੇਂ ਬਚ ਰਹੇ, ਪਰ ਬਚਣਾ ਉਸ ਕੀ ਸੀ, ਉਹ ਤਾਂ ਹੁਣ ਰਲੇ ਸਾਹ ਰਹਿ ਰਿਹਾ ਸੀ। ਭਾਨੋ ਨੇ ਪੂਣੇ ਉੱਤੇ ਦਾਤੀ ਧਰ ਕੇ ਸਾਗ ਚੀਰਦਿਆਂ ਕਿਹਾ। ਕਿਸੇ ਨੂੰ ਦੇਤੇ ਪੈਸੇ ਫਿਰ ਨਰੈਣ ਨੇ? ਕਿੰਨੇ ਕੁ ਪੈਸੇ ਦੇਤੇ ਫਿਰ ਨਰੈਣ ਨੇ? ਸੰਤੀ ਨੇ ਗੰਦਲਾਂ ਚੁੱਕ ਕੇ ਚੀਰਣੀ ਬਣਾ ਕੇ ਭਾਨੋ ਨੂੰ ਫੜਾਉਂਦਿਆਂ ਕਿਹਾ। ਕਾਹਨੂੰ, ਇਹ ਤਾਂ ਮੈਂ ਮੋਰਾਂ ਵਾਲਿਆਂ ਦੀ ਗੱਲ ਕਰਦੀ ਐ, ਮੋਰਾਂ ਵਾਲੀ ਵਿਆਹੀ ਸੀ ਮੈਂ। ਅੱਛਾ, ਸਰਵਣ ਸੀ ਉਹਦਾ ਨਾਂ। ਤੈਨੂੰ ਕੀ ਦੱਸਾਂ ਬੇਬੇ, ਨਹੀਂ ਜੰਮਣਾ ਉਸ ਵਰਗਾ ਦੂਜਾ ਕੋਈ। ਭਾਨੋ ਨੇ ਲੰਮਾ ਸਾਰਾ ਸਾਹ ਭਰ ਕੇ ਕਿਹਾ। ਕੁੜੇ ਫੇਰ ਕੀ ਭਾਣਾ ਵਰਤਿਆ? ਮੈਂ ਤਾਂ ਪਹਿਲਾਂ ਹੀ ਕਹਿੰਦੀ ਸੀ ਇਹ ਕੋਈ ਐਰ ਗੈਰ ਜਨਾਨੀ ਨਹੀਂ ਲੱਗਦੀ, ਉਹੋ ਜਿਹੀ ਦੀ ਤਾਂ ਅੱਖ ਹੀ ਨਹੀਂ ਰਲਦੀ ਹੁੰਦੀ। ਹੁਣ ਤੁਸੀਂ ਦੇਖੋ ਕਿ ਉਹ ਭਾਨੋ ਤੋਂ ਸਾਰਾ ਕੁਝ ਕਹਾਉਣ ਬਹਾਨੇ, ਉਹਦੇ ਅੰਦਰ ਨੂੰ ਫਰੋਲਣ ਬਹਾਨੇ ਉਸਨੂੰ ਕਿਵੇਂ ਉਹਦੀ ਪ੍ਰਸ਼ੰਸਾ ਕਰਦੀ ਹੈ ਔਰ ਉਸਨੂੰ ਜਿਹੜਾ ਉਹ ਪੈਰੋਂ ਕੱਢਣ ਦੀ ਕੋਸ਼ਿਸ਼ ਕਰਦੀ ਹੈ। 5 ਭਰਾ ਸੀ ਬੇਬੇ ਉਹ, ਤੇ ਵਿਆਹਿਆ ਉਹ ਇਕੱਲਾ ਹੀ ਸੀ। ਬੁਰਛ ਵਰਗੇ ਸਾਰੇ ਵੇਲਾ ਕਵੇਲਾ ਤਕਾਉਂਦੇ ਰਿਹਾ ਕਰਨ। ਹੈ ਲੋੜਾ, ਸੱਚ ਆ ਭਾਈ, ਕਹਿੰਦੇ ਨੇ ਜਨਾਨੀ ਦੀ ਤਾਂ ਜੂਨ ਹੀ ਬੁਰੀ ਹੈ। ਖਬਰੇ ਨਹੀਂ ਕੀ ਸਾਧ ਸਰਾਪ ਕੇ ਜੰਮਦੀ ਹੈ, ਵੀ ਜਿਹੜੀ ਥਾਂ ਨਹੀਂ ਪੁੱਛੀ ਉਹ ਭਲੀ ਹੈ। ਸੰਤੀ ਨੇ ਇੱਕ ਸੱਜਰ ਸੂਈ ਕੁੱਤੀ, ਜਿਸ ਨੂੰ ਕਿੰਨੇ ਕਤੂਰੇ ਚੁੰਡੀ ਜਾ ਰਹੇ ਸਨ, ਨੂੰ ਸ਼ਸ਼ਕੀਰਦਿਆਂ ਕਿਹਾ। ਇਹ ਵੀ ਜਿਹੜਾ ਸੱਜਰ ਸੂਈ ਕੁੱਤੀ ਨੂੰ ਜਿਹੜੇ ਕਿੰਨੇ ਕਤੂਰੇ ਚੂੰਡ ਰਹੇ ਹੈ, ਉਹਨੂੰ ਸ਼ਸ਼ਕੀਰਨ ਦਾ ਜਿਹੜਾ ਕੌਨਸੈਪਟ ਹੈ, ਸੰਕਲਪ ਹੈ, ਜਾਣ ਬੁੱਝ ਕੇ ਨਾਵਲਕਾਰਾ ਸੰਕੇਤਕ ਰੂਪ ਦੇ ਵਿੱਚ ਵਰਤਦੀ ਹੈ। ਮੈਂ ਸਰਵਣ ਨੂੰ ਦੱਸਿਆ, ਸਤਿਆਮਾਨ ਉਦੋਂ ਹੀ ਲੈ ਕੇ ਅੱਡ ਹੋ ਗਿਆ। ਵਰਾ ਪੂਰਾ ਅਸੀਂ ਆਪਦੇ ਘਰ ਰੰਗੀ ਵਸਦੇ ਰਹੇ। ਉਹ ਬਥੇਰੀਆਂ ਦੰਦੀਆਂ ਕਰੀਚਣ, ਪਰ ਮੇਰੀ ਜਾਣੇ ਜੁੱਤੀ। ਭਾਨੋ ਨੇ ਸਾਗ ਵਿੱਚੋਂ ਇੱਕ ਸੁੰਡੀ ਕੱਢ ਕੇ ਪਰਾਂ ਸੁੱਟਦਿਆਂ ਕਿਹਾ। ਹੁਣ ਸਾਗ ਵਿੱਚੋਂ ਸੁੰਡੀ ਕੱਢਣ ਦਾ ਮਤਲਬ ਕੀ ਹੈ? ਕਿ ਜ਼ਿੰਦਗੀ 'ਚੋਂ ਜਿਹੜੀ ਮਾੜੀ ਚੀਜ਼ ਸੀ, ਜਿਹੜੇ ਉਹਦੇ ਨਾਲ ਦੁਰਵਿਹਾਰ ਹੋ ਰਿਹਾ ਸੀ, ਉਹਨੂੰ ਕੱਢ ਕੇ ਬਾਹਰ ਸੁੱਟਣਾ। ਫਿਰ ਇੱਕ ਦਿਨ ਪਾਣੀ ਦੀ ਵਾਰੀ ਪਿੱਛੇ ਬਾਹਰ ਖੇਪੜ ਪਏ। ਨਰਕੀ ਜਾਣਿਆਂ ਦੇ ਖਬਰ ਨਹੀਂ ਕੀ ਚਿੱਤ 'ਚ ਬਰਿਆਈ ਸੀ, ਕਿਤੇ ਕਸੂਤੇ ਥਾਂ ਸੱਟ ਮਾਰਤੀ। ਰੱਬ ਜਾਣੇ ਖਬਰ ਨਹੀਂ ਉਹੀ ਲੱਗ ਗਈ। ਫਿਰ ਤਾਂ ਵਾਹ ਜਾਣ ਦੀ ਲਾ ਹਟੇ।
ਉਹ ਆਪ ਵੀ ਬਥੇਰੇ ਹਕੀਮਾਂ ਸਿਆਣਿਆਂ ਦੇ ਭੱਜੇ ਫਿਰੇ, ਕਿਤੇ ਹੱਥ ਨਾ ਪਿਆ। ਅਖੀਰ ਨੂੰ 10ਵੇਂ ਦਿਨ ਆਥਣੇ ਜੇ ਗੋਤਾ ਪੈ ਗਿਆ, ਬਸ ਉਸੇ ਰਾਤ ਤੁਰਦਾ ਬਣਿਆ। ਕਹਿੰਦਿਆਂ ਕਹਿੰਦਿਆਂ ਤ੍ਰਿਪਤ ਭਾਨੋ ਦੇ ਹੰਝੂ ਕਿਰ ਪਏ। ਰੋ ਨਾ, ਡਾਢੇ ਮੂਰੇ ਕਿਹਦਾ ਜ਼ੋਰ ਹੈ, ਤੈਨੂੰ ਕੀ ਦੱਸਾਂ, ਕੜੀ ਵਰਗਾ ਜਵਾਨ ਪੁੱਤ ਮੈਂ ਵੀ ਢਿੱਡ 'ਚ ਪਾਈ ਬੈਠੀ ਐ। 19ਵੇਂ ਵਰੇ ਸੀ ਬੱਗਾ, ਹੱਥ ਰੁਪਈਆ ਧਰਿਆ ਹੋਇਆ, ਬਸ 4 ਦਿਨ ਤਾਪ ਚੜਿਆ ਤੇ ਤੁਰਦਾ ਬਣਿਆ। ਬਥੇਰਾ ਹਾਊ ਕਲਾਪ ਕੀਤਾ, ਬੂਹਿਓਂ ਆ ਕੇ ਡੋਲੇ ਦਾ ਮੁੜ ਜਾਣਾ ਥੋੜੀ ਘਣੀ ਗੱਲ ਨਹੀਂ ਹੁੰਦੀ, ਪਰ ਫੇਰ ਉਵੇਂ ਹੀ ਧੰਦੇ ਪਿੱਟਦੇ ਫਿਰੀਦਾ। ਕੀ ਕੁਛ ਨਹੀਂ ਛੁੱਟਦਾ, ਉਹੀਓ ਛੱਡ ਜਾਂਦੇ ਨੇ ਜਿਹੜੇ ਮਰ ਜਾਂਦੇ ਨੇ। ਸੰਤੀ ਨੇ ਸਿਰ ਦੇ ਝੋਨੇ ਨਾਲ ਅੱਖਾਂ ਪੂੰਝਦਿਆਂ ਕਿਹਾ। ਹਮਾ ਤਮਾ ਨੇ ਬਥੇਰਾ ਕਿਹਾ, ਬੇਬੇ ਬਈ ਉਸੇ ਦੇ ਭਰਾ ਨੇ, ਕਿਸੇ ਇੱਕ ਨੂੰ ਸਿਰ ਧਰ ਲੈ। ਮੈਂ ਸੋਚਿਆ ਮਨਾ, ਇੱਥੇ ਰਹਿ ਕੇ ਤਾਂ ਅੱਖਾਂ ਮੂਹਰੇ ਨਿੱਤ ਸੇਵਾ ਮਚਿਆ ਕਰੂ। ਤੈਨੂੰ ਕੀ ਦੱਸਾਂ, ਸਰਵਣ ਤਾਂ ਭੁੱਲਣ ਵਾਲਾ ਬੰਦਾ ਹੀ ਨਹੀਂ ਸੀ, ਉਸਨੂੰ ਤਾਂ ਜਾਣੀ ਪਖੇਰੂ ਵੀ ਰੋਂਦੇ ਆ। ਕਈ ਵਾਰੀ ਜੀ ਚਾਵੇ, ਮਾੜੇ ਕਰਮਾਂ ਵਾਲੀਏ, ਖਬਰ ਨਹੀਂ ਤੇਰੇ ਖਾਤਰ ਹੀ ਜਾਨ ਚਲੇਗੀ। ਨਾ ਤੂੰ ਹੁੰਦੀ, ਨਾ ਭਾਈਆਂ ਭਾਈਆਂ ਦੇ ਬਟਿੱਟ ਪੈਂਦੇ, ਨਾ ਉਸਦੀ ਜਾਨ ਤੇ ਬਣਦੀਆਂ। ਭਾਨੋ ਨੇ ਸਾਗ ਚੀਰਦਿਆਂ ਵੱਢ ਗਈ ਉਂਗਲ ਨੂੰ ਦੂਜੇ ਹੱਥ ਨਾਲ ਘੁੱਟਦਿਆਂ ਕਿਹਾ। ਵੱਢ ਗਈ ਉਂਗਲ ਜ਼ਿੰਦਗੀ 'ਚ ਜਿਹੜਾ ਇਹ ਦੁਖਾਂਤ ਵਾਪਰਿਆ ਉਸ ਦਾ ਸੰਕੇਤ ਹੈ। ਲੱਗੀ ਦਾਤੀ ਤਿੱਖੀ ਹੋਣੀ ਹੈ, ਤਿੱਖੀ ਤਾਂ ਐਡੀ ਨਹੀਂ, ਖਬਰ ਨਹੀਂ ਕਿਵੇਂ ਲੱਗ ਗਈ। ਵੀ ਜ਼ਿੰਦਗੀ 'ਚ ਪਤਾ ਹੀ ਨਹੀਂ ਇਹ ਜਿਹੀਆਂ ਚੀਜ਼ਾਂ ਕਿਵੇਂ ਆ ਗਈਆਂ। ਤੂੰ ਜੀ ਬੁਰਾ ਨਾ ਕਰਿਆ ਕਰ ਭਾਨੋ, ਜਿਹੜੀ ਗੱਲ ਨੇ ਜਿਵੇਂ ਹੋਣਾ ਹੈ ਉਵੇਂ ਹੀ ਹੋਣਾ ਹੈ। ਲਿਖੀਆਂ ਨੂੰ ਕੌਣ ਮੇਟੇ, ਬਸ ਰੱਬ ਨੇ ਆਪਣੇ ਸਿਰ ਨਹੀਂ ਕੁਛ ਵੀ ਲੈਣਾ ਹੁੰਦਾ। ਅਸੀਂ ਬੰਦੇ ਭੁਲੇਖਿਆਂ 'ਚ ਤੁਰੇ ਫਿਰਦੇ ਹਾਂ। ਪਰ ਬੇਬੇ ਮੈਂ ਕਿਹਾ, ਮਨਾ ਆਪਣਾ ਹੁਣ ਇਸ ਨਗਰ 'ਚ ਕੀ ਹੈ, ਜਦ ਉਹ ਹੀ ਨਹੀਂ ਰਿਹਾ। ਭਰਾ ਉਸਦੇ ਕਹਿਣ ਤੀਹੋ ਕਾਲ ਘਰ ਦੀ ਗੱਲ ਹੈ, ਅਸੀਂ ਬਾਹਰ ਨਹੀਂ ਜਾਣ ਦੇਣੀ। ਮੇਰਾ ਖਿਆਲ ਹੈ ਖਬਰ ਨਹੀਂ ਨਰੈਣ ਆਉਂਦਾ। ਚੰਗਾ ਫਿਰ ਮੈਂ ਚੱਲੀ ਹਾਂ। ਹਾਂ, ਵੇਲੇ ਕੁ ਵੇਲੇ ਕਿਸੇ ਚੀਜ਼ ਦੀ ਲੋੜ ਹੋਵੇ ਲਵਈਆਂ ਤੇਰੇ, ਭਾਵੇਂ ਕੰਧ ਉੱਤੋਂ ਦੀ ਹਾਕ ਮਾਰ ਲਈ, ਕਹਿੰਦੀ ਸੰਤੀ ਬੂਹਾ ਲੰਘ ਚੱਲੀ ਜਦੋਂ ਉਸਨੂੰ ਨਰੈਣ ਮਿਲਿਆ। ਆਈ ਤਾਂ ਉਹ CID ਕਲੈਕਟ ਕਰਨ ਸੀ ਵੀ ਇਹ ਕੌਣ ਔਰਤ ਹੈ, ਕਿੱਥੋਂ ਆਈ ਹੈ, ਵਿਆਹ ਕੇ ਲਿਆਇਆ, ਕਿਵੇਂ ਲਿਆਇਆ। ਨਰੈਣ ਬੋਲਦਾ, ਮੱਥਾ ਟੇਕਦਾ ਸੰਤੀ, ਮੁੜ ਚੱਲੀ। ਵੇ ਜਿਉਂਦਾ ਰਹੋ, ਰੱਬ ਤੈਨੂੰ ਭਾਗ ਲਾਵੇ। ਮੈਂ ਕਿਹਾ ਵੇਖ ਆਵਾਂ ਨਰੈਣ ਦੀ ਬਹੂ, ਆ ਗਈ ਫਿਰ ਪਸੰਦ। ਚੰਗੀ ਆ ਵਿਚਾਰੀ, ਚੰਗੀ ਮਾੜੀ ਹੁਣ ਤਾਂ ਗੰਗਾ ਮਾਈ ਨੇ ਦਿੱਤੀ ਹੈ। ਸਹੁੰ ਖਾ ਗਾਂ ਦੀ, ਕੋਈ ਪੈਸਾ ਨਹੀਂ ਦਿੱਤਾ। ਗਊ ਦੀ ਸਹੁੰ ਸੰਤੀ ਸੱਚੀ ਗੰਗਾ ਮਾਈ ਦੇ ਦਿੱਤੀ ਹੈ। ਵੇ ਫੇਰ ਤਾਂ ਚੰਗਾ ਰਿਹਾ। ਹੁਣ ਤੂੰ ਖਿਆਲ ਰੱਖੀ, ਪਹਿਲੀ ਵਾਂਗੂ ਨਾ ਹੋਵੇ, ਮਸਾਂ ਮਸਾਂ ਕਿਤੇ ਘਰ ਵਸਦਾ ਹੋਇਆ। ਉਹ ਤਾਂ ਸੰਤੀ ਮੈਨੂੰ ਆਪ ਹੀ ਬਹੁਤੀ ਪਸੰਦ ਨਹੀਂ ਸੀ, ਤਾਈਓ ਨਹੀਂ ਸੀ ਪੈਰਵੀ ਕੀਤੀ, ਨਹੀਂ ਤਾਂ ਲੱਗ ਹੀ ਗਿਆ ਸੀ ਪਤਾ ਵੀ ਕਿੱਥੇ ਗਈ ਹੈ। ਯਾਨੀ ਦੀ ਪਹਿਲੀ ਪਤਨੀ ਜਿਹੜੀ ਹੈ ਉਹ ਉਹਨੂੰ ਛੱਡ ਕੇ ਉਹਦੇ ਮਾਂ ਪਿਓ ਨੇ ਕਿਸੇ ਹੋਰ ਨਾਲ ਤੋਰਤੀ ਪੈਸੇ ਲੈ ਕੇ। ਤੂੰ ਜਾਣਦੀ ਹੋ ਸੰਤੀ, ਗਊਆਂ ਵੀ ਕਦੇ ਕਿੱਲੇ ਵੱਜੀਆਂ। ਬੜਾ ਸੰਕੇਤਕ ਡਾਇਲਾਗ ਹੈ। ਤੂੰ ਜਾਣਦੀ ਹੋ ਸੰਤੀ, ਰਾਮ ਗਊਆਂ ਵੀ ਕਦੀ ਕਿੱਲੇ ਵੱਜੀਆਂ ਨੇ। ਕਹਿਣ ਨੂੰ ਤਾਂ ਕੀ ਕਹਿਣੇ, ਤੇਰੀ ਇਹ ਬਹੂ ਤਾਂ ਚੰਗੀ ਹੋ ਦਿਸਦੀ ਹੈ, ਤਾਈਓ ਤਾਂ ਲੈ ਆਇਆ, ਨਹੀਂ ਤਾਂ ਆਪਣਾ ਤਾਂ ਵੇੜਾ ਜਿਹਾ ਲੰਘ ਗਿਆ ਸੀ। ਰੱਬ ਕਰੇ ਤੇਰੀ ਜੜ ਲੱਗ ਜੇ। ਵੇਲੇ ਕਵੇਲੇ ਦਾ ਕੀ ਹੈ, ਅੱਜ ਖੂਹ ਚੱਲਦਾ ਹੈ। ਨਰੈਣ ਨੇ ਗੱਲ ਬਦਲੀ, ਅਸੀਂ ਗੁੱਡਣ ਗਏ ਨੇ। ਨਹੀਂ, ਗੁੱਡਣ ਗਏ ਨੇ। ਇਹ ਸੀ ਇਸ ਨਾਵਲ ਦਾ ਪਹਿਲਾ ਕਾਂਡ। ਨਾਵਲ ਇਹੋ ਹਮਾਰਾ ਜੀਵਣਾ। ਇਸ ਦੀ ਲੜੀ ਨੂੰ ਜੋੜਨ ਲਈ ਇਸ ਦੇ ਅਗਲੇ ਕਾਂਡ ਨੂੰ ਤੁਹਾਡੇ ਨਾਲ ਸਾਂਝਾ ਕਰਨ ਲਈ ਫਿਰ ਹਾਜ਼ਰ ਹੋਵਾਂਗਾ। ਤਦ ਤੱਕ ਲਈ ਰੱਬ ਰਾਖਾ।